ਸਾਡੇ ਚੈਨਲ PSB 8th ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਕਲਾਸ ਦੀ ਇੰਗਲਿਸ਼ ਵਿਸ਼ੇ ਦਾ ਲੈਸਨ ਨੰਬਰ 6 ਕਰਾਂਗੇ, ਜਿਸ ਦਾ ਨਾਮ ਹੈ ਦੀ ਓਲਡ ਸੇਜ ਐਂਡ ਦੇ ਬ੍ਰਦਰਸ। ਇਸ ਲੈਸਨ ਨੂੰ ਆਪਾਂ 3 ਪਾਰਟਾਂ ਵਿੱਚ ਪੂਰਾ ਕਰਾਂਗੇ। ਪਹਿਲੇ ਪਾਰਟ ਵਿੱਚ ਆਪਾਂ ਐਕਟੀਵਿਟੀ 1 ਤੋਂ ਲੈ ਕੇ 5 ਤੱਕ ਕਰਾਂਗੇ। ਦੂਜੇ ਪਾਰਟ ਵਿੱਚ ਆਪਾਂ ਐਕਟੀਵਿਟੀ 6 ਤੋਂ ਲੈ ਕੇ 10 ਤੱਕ ਕਰਾਂਗੇ ਅਤੇ ਤੀਜੇ ਪਾਰਟ ਵਿੱਚ ਆਪਾਂ ਐਕਟੀਵਿਟੀ 11 ਤੋਂ ਲੈ ਕੇ 14 ਤੱਕ ਕਰਾਂਗੇ। ਤੁਸੀਂ ਇਸ QR ਕੋਡ ਨੂੰ ਸਕੈਨ ਕਰਕੇ ਸਾਡੀ ਪਲੇਲਿਸਟ ਉੱਪਰ ਜਾ ਸਕਦੇ ਹੋ। ਇਸ ਪਲੇਲਿਸਟ ਵਿੱਚ ਤੁਹਾਨੂੰ ਇਸ ਵਿਸ਼ੇ ਦੀਆਂ ਸਾਰੀ ਵੀਡੀਓ ਹੀ ਮਿਲ ਜਾਣਗੀਆਂ। ਤਾਂ ਅੱਜ ਦਾ ਚੈਪਟਰ ਆਪਾਂ ਸ਼ੁਰੂ ਕਰਦੇ ਹਾਂ। ਅੱਜ ਦੇ ਚੈਪਟਰ ਦਾ ਨਾਮ ਹੈ ਜੀ ਦਾ ਓਲਡ ਸੇਜ। ਸੇਜ ਹੁੰਦਾ ਸਾਧੂ ਜਾਂ ਮਹਾਤਮਾ ਐਂਡ ਦੀ ਬ੍ਰਦਰਸ ਹੁੰਦੇ ਨੇ ਭਾਈ, ਬਜ਼ੁਰਗ, ਸਾਧੂ ਅਤੇ ਭਾਈ। ਐਕਟੀਵਿਟੀ 1 ਵਿੱਚ ਪਹਿਲਾਂ ਸਾਨੂੰ ਕੁਝ ਵਰਡਾਂ ਦੇ ਅਰਥ ਦਿੱਤੇ ਗਏ ਹਨ ਜਿਨ੍ਹਾਂ ਨੂੰ ਜਾਣ ਲੈਣਾ ਜ਼ਰੂਰੀ ਹੈ। ਸੰਮੜ ਹੁੰਦਾ ਹੀ ਬੁਲਾਇਆ। ਐਕਵਾਇਰਿੰਗ ਹੁੰਦਾ ਹੀ ਪ੍ਰਾਪਤ ਕਰਨਾ। ਅਪਰੋਚਡ ਹੁੰਦਾ ਹੀ ਪਹੁੰਚ ਕਰਨੀ। ਡਿਲਾਈਟਡ ਹੁੰਦਾ ਹੀ ਖੁਸ਼ ਹੋਇਆ ਜਾਂ ਬਹੁਤ ਖੁਸ਼ ਹੋਇਆ। ਗਰਾਂਟਡ ਹੁੰਦਾ ਹੀ ਦਿੱਤੀ ਗਈ, ਮਤਲਬ ਕਿ ਕਿਸੇ ਚੀਜ਼ ਦੀ ਪਰਮਿਸ਼ਨ ਦਿੱਤੀ ਗਈ। ਐਨਵਾਇਰਡ ਹੁੰਦਾ ਹੀ ਨਾਰਾਜ਼। ਪੋਲਟਰੀ ਹੁੰਦਾ ਹੀ ਮੁਰਗੀ ਪਾਲਣ, ਜਿੱਥੇ ਮੁਰਗੀਆਂ ਰੱਖੀਆਂ ਜਾਂਦੀਆਂ ਹਨ ਉਸ ਨੂੰ ਕਹਿੰਦੇ ਹਨ ਪੋਲਟਰੀ ਫਾਰਮ। ਡੈਨਾਈ ਹੁੰਦਾ ਹੀ ਇਨਕਾਰ। ਜਰਨੀ ਦਾ ਮਤਲਬ ਹੁੰਦਾ ਹੀ ਯਾਤਰਾ। ਸਨੈਚਰ ਹੁੰਦਾ ਹੀ ਖੋਹ ਲਿਆ। ਅੱਗੇ ਆਪਾਂ ਆਪਣਾ ਲੈਸਨ ਸ਼ੁਰੂ ਕਰ ਦਿਆਂਗੇ। ਦੀ ਓਲਡ ਸੇਜ ਬਜ਼ੁਰਗ ਸਾਧੂ ਐਂਡ ਬ੍ਰਦਰਸ ਅਤੇ ਭਾਈ। ਲੌਂਗ ਟਾਈਮ ਅਗੋ ਬਹੁਤ ਸਮਾਂ ਪਹਿਲਾਂ। ਰਿਚ ਫਾਰਮਰ ਸੰਮੜ। ਹਿਜ 3 ਲੇਜੀ ਹੁੰਦਾ ਹੀ ਆਲਸੀ। ਸੰਜ ਹੁੰਦਾ ਹੀ ਪੁੱਤਰ। ਹੈਰੀ, ਰਮਨ ਐਂਡ ਸੰਦੀਪ। ਬਹੁਤ ਸਮਾਂ ਪਹਿਲਾਂ ਇੱਕ ਅਮੀਰ ਕਿਸਾਨ ਨੇ ਆਪਣੇ 3 ਆਲਸੀ ਪੁੱਤਰਾਂ ਹੈਰੀ, ਰਮਨ ਅਤੇ ਸੰਦੀਪ ਨੂੰ ਬੁਲਾਇਆ। ਐਂਡ ਸੈਡ ਆਈ ਹੈਵ grown old ਅਤੇ ਕਿਹਾ ਮੈਂ ਬੁੱਢਾ ਹੋ ਗਿਆ ਹਾਂ। I have decided ਹੁੰਦਾ ਹੀ ਫੈਸਲਾ ਕੀਤਾ। to divide my property ਹੁੰਦਾ ਹੀ ਜ਼ਮੀਨ ਜਾਇਦਾਦ। among ਹੁੰਦਾ ਹੀ ਵਿਚਕਾਰ। you ਮੈਂ ਆਪਣੀ ਜਾਇਦਾਦ ਤੁਹਾਡੇ ਵਿਚਕਾਰ ਵੰਡਣ ਦਾ ਫੈਸਲਾ ਕੀਤਾ ਹੈ। as you all know I own 3 fields ਮਤਲਬ ਕਿ 3 ਖੇਤ and 3 houses 3 ਘਰ। ਜਿਵੇਂ ਕਿ ਤੁਸੀਂ ਜਾਣਦੇ ਹੋ ਮੇਰੇ ਕੋਲ 3 ਖੇਤ ਅਤੇ 3 ਘਰ ਹਨ। Each one of you will get a field and a house only if you prove ਹੁੰਦਾ ਹੀ ਸਾਬਤ that you are worth ਹੁੰਦਾ ਹੀ ਇਸ ਦੇ ਲਾਇਕ it ਤੁਹਾਡੇ ਵਿੱਚੋਂ ਹਰੇਕ ਨੂੰ ਇੱਕ ਖੇਤ ਅਤੇ ਇੱਕ ਘਰ ਮਿਲੇਗਾ ਜੇਕਰ ਤੁਸੀਂ ਸਾਬਤ ਕਰਦੇ ਹੋ ਕਿ ਤੁਸੀਂ ਯੋਗ ਹੋ। ਯਾਨੀ ਕਿ ਜੋ ਕਿਸਾਨ ਆ ਉਸ ਕੋਲ 3 ਘਰ ਹਨ ਤੇ 3 ਖੇਤ ਹਨ। ਉਹ ਆਪਣੇ 3 ਬੱਚਿਆਂ ਨੂੰ ਕਹਿ ਰਿਹਾ ਹੈ ਕਿ ਜੇਕਰ ਤੁਸੀਂ ਸਾਬਤ ਕਰਦੇ ਹੋ ਕਿ ਤੁਸੀਂ ਯੋਗ ਹੋ ਤਾਂ ਤੁਹਾਨੂੰ ਇੱਕ ਖੇਤ ਅਤੇ ਇੱਕ ਘਰ ਮਿਲੇਗਾ। The 3 sons were surprised ਹੁੰਦਾ ਹੀ ਹੈਰਾਨ ਹੋਣਾ। 3 ਪੁੱਤਰ ਹੈਰਾਨ ਸਨ। What do you mean father ਇੱਥੇ ਉਹਨਾਂ ਨੇ ਪੁੱਤਰਾਂ ਨੇ ਕਿਹਾ ਆਪਣੇ ਪਿਤਾ ਨੂੰ। ਕ੍ਰਾਈਡ ਬਣੇ ਚੀਕੇ। ਉਹਨਾਂ ਨੇ ਚੀਕਿਆ ਪਿਤਾ ਜੀ ਤੁਹਾਡਾ ਕੀ ਮਤਲਬ ਹੈ। ਦੀ ਫਾਰਮਰ ਸੈਡ ਪਿਤਾ ਨੇ ਕਿਹਾ these fields ਹੁੰਦਾ ਖੇਤ and houses are the fruit of my hard work ਕਿਸਾਨ ਨੇ ਕਿਹਾ ਇਹ ਖੇਤ ਅਤੇ ਘਰ ਮੇਰੀ ਮਿਹਨਤ ਦਾ ਫਲ ਹਨ। all the 3 of you are very lazy ਹੁੰਦਾ ਹੀ ਆਲਸੀ। ਤੁਸੀਂ ਤਿੰਨੋਂ ਬਹੁਤ ਆਲਸੀ ਹੋ। I want the 3 of you to find some work ਮੈਂ ਚਾਹੁੰਦਾ ਹਾਂ ਕਿ ਤੁਸੀਂ ਤਿੰਨੋਂ ਕੋਈ ਕੰਮ ਲੱਭੋ। return to me after 6 months with your earning ਆਪਣੀ ਆਮਦਨ ਨਾਲ 6 ਮਹੀਨਿਆਂ ਬਾਅਦ ਮੇਰੇ ਕੋਲ ਵਾਪਸ ਆਓ। I will decide if you are worthy of acquiring my hard earned property ਮੈਂ ਫੈਸਲਾ ਕਰਾਂਗਾ ਕਿ ਤੁਸੀਂ ਮੇਰੀ ਮਿਹਨਤ ਦੀ ਕਮਾਈ ਲੈਣ ਦੇ ਯੋਗ ਹੋ ਜਾਂ ਨਹੀਂ। ਇਸ ਪੈਰੇ ਵਿੱਚ ਆਪਾਂ ਨੂੰ ਇਹੀ ਪਤਾ ਚੱਲਦਾ ਹੈ ਕਿ ਇੱਕ ਕਿਸਾਨ ਸੀਗਾ, ਉਸਦੇ 3 ਪੁੱਤਰ ਸਨ ਹੈਰੀ, ਰਮਨ ਅਤੇ ਸੰਦੀਪ। ਉਹ ਬਹੁਤ ਆਲਸੀ ਸਨ, ਕੋਈ ਕੰਮ ਨਹੀਂ ਕਰਦੇ ਸਨ ਤੇ ਜੋ ਕਿਸਾਨ ਸੀ ਉਹ ਬਜ਼ੁਰਗ ਹੋ ਚੁੱਕਿਆ ਸੀ ਅਤੇ ਮਰਨ ਵਾਲਾ ਸੀ। ਉਸ ਕੋਲ 3 ਖੇਤ ਸਨ ਅਤੇ 3 ਹੀ ਘਰ ਸਨ। ਉਹਨਾਂ ਨੇ ਆਪਣੇ ਪੁੱਤਰ ਨੂੰ ਬੁਲਾਇਆ ਅਤੇ ਕਿਹਾ ਜੇਕਰ ਤੁਸੀਂ ਕੋਈ ਕੰਮ ਕਰਕੇ ਇਹ ਸਾਬਤ ਕਰ ਦਿੰਦੇ ਹੋ ਕਿ ਤੁਸੀਂ ਇਸ ਘਰ ਅਤੇ ਖੇਤ ਨੂੰ ਸਾਂਭਣ ਦੇ ਯੋਗ ਹੋ ਤਾਂ ਮੈਂ ਤੁਹਾਨੂੰ ਇੱਕ ਖੇਤ ਅਤੇ ਇੱਕ ਘਰ ਦੇਵਾਂਗਾ। ਇਸ ਲਈ ਕਿਸਾਨ ਨੇ ਆਪਣੇ ਬੱਚਿਆਂ ਨੂੰ 6 ਮਹੀਨੇ ਦਾ ਟਾਈਮ ਦਿੱਤਾ ਕਿ ਉਹ ਜਾਣ ਅਤੇ ਕੋਈ ਕੰਮ ਕਰਕੇ ਰੁਪਈਏ ਕਮਾ ਕੇ ਲਿਆਉਣ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਉਹ ਯੋਗ ਹਨ ਜਾਂ ਨਹੀਂ। The 3 brothers set out in search of work 3 ਭਰਾ ਕੰਮ ਦੀ ਭਾਲ ਵਿੱਚ ਨਿਕਲ ਪਏ। On the way they sat down under a banyan tree to rest banyan tree ਹੁੰਦਾ ਹੀ ਬੋਹੜ ਦਾ ਦਰਖਤ, ਰੈਸਟ ਹੁੰਦਾ ਆਰਾਮ। ਰਸਤੇ ਵਿੱਚ ਉਹ ਇੱਕ ਬੋਹੜ ਦੇ ਦਰਖਤ ਹੇਠਾਂ ਆਰਾਮ ਕਰਨ ਲਈ ਬੈਠ ਗਏ। As they are eating an old sage ਹੁੰਦਾ ਹੀ ਮਹਾਤਮਾ ਜਾਂ ਸਾਧੂ
ਅਪਰੋਚਡ them। ਜਦੋਂ ਉਹ ਖਾਣਾ ਖਾ ਰਹੇ ਸਨ ਤਾਂ ਇੱਕ ਬਜ਼ੁਰਗ ਸਾਧੂ ਉਹਨਾਂ ਕੋਲੇ ਆਇਆ। ਇੱਥੇ ਉਹ ਬਜ਼ੁਰਗ ਸਾਧੂ ਉਹਨਾਂ ਨੂੰ ਕਹਿ ਰਿਹਾ ਹੈਗਾ ਭਰਾਵਾਂ ਨੂੰ, I am very hungry, could you give me something to eat, said he। ਉਸਨੇ ਕਿਹਾ, ਮੈਨੂੰ ਭੁੱਖ ਲੱਗੀ ਹੈ, ਕੀ ਤੁਸੀਂ ਮੈਨੂੰ ਖਾਣ ਲਈ ਕੁਝ ਦੇ ਸਕਦੇ ਹੋ। ਹੈਰੀ ਆਫਰਡ ਹਿਮ ਏ ਚਪਾਤੀ। ਚਪਾਤੀ ਹੁੰਦੀ ਹੈ ਆਪਣੀ ਰੋਟੀ। ਹੈਰੀ ਨੇ ਉਸ ਨੂੰ ਚਪਾਤੀ ਦਿੱਤੀ। The old sage ate it happily and said। ਸਾਧੂ ਨੇ ਖੁਸ਼ੀ ਨਾਲ ਖਾ ਲਿਆ ਅਤੇ ਕਿਹਾ, God bless you son, here is a gift for you। ਬੇਟਾ ਭਗਵਾਨ ਤੁਹਾਡਾ ਭਲਾ ਕਰੇ, ਤੁਹਾਡੇ ਲਈ ਇੱਕ ਤੋਹਫਾ ਹੈ। ਹੈਰੀ was delighted। delighted ਹੁੰਦਾ ਹੀ ਖੁਸ਼ ਹੋਇਆ। ਹੈਰੀ ਖੁਸ਼ ਸੀ। The sage gave him a piece of cloth। ਸਾਧੂ ਨੇ ਉਸ ਨੂੰ ਕੱਪੜੇ ਦਾ ਟੁਕੜਾ ਦਿੱਤਾ। ਹੈਰੀ was annoyed। annoyed ਹੁੰਦਾ ਹੀ ਨਾਰਾਜ਼। What is this? Are you kidding me? kidding ਹੁੰਦਾ ਹੀ ਮਜ਼ਾਕ। ਹੈਰੀ ਨੇ ਗੁੱਸੇ ਵਿੱਚ ਕਿਹਾ, ਇਹ ਕੀ ਹੈ, ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ। The sage smiled। smiled ਹੁੰਦਾ ਹੀ ਮੁਸਕਰਾਉਣਾ। and said ਅਤੇ ਕਿਹਾ, it is a magic cloth। ਸਾਧੂ ਨੇ ਮੁਸਕਰਾਇਆ ਅਤੇ ਕਿਹਾ, ਇਹ ਇੱਕ ਜਾਦੂਈ ਕੱਪੜਾ ਹੈ। It will grant you 2 wishes, ask now। ਇਸ ਨਾਲ ਤੁਹਾਡੀਆਂ 2 ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਹੁਣੀ ਪੁੱਛੋ। ਇਸ ਪੈਰੇ ਵਿੱਚ ਆਪਾਂ ਨੂੰ ਇਹੀ ਪਤਾ ਲੱਗਦਾ ਹੈ ਕਿ ਜੋ ਭਰਾ ਤੇ ਉਹ ਕੰਮ ਦੀ ਤਲਾਸ਼ ਵਿੱਚ ਨਿਕਲ ਜਾਂਦੇ ਹਨ ਅਤੇ ਆਰਾਮ ਕਰਨ ਇੱਕ ਬੋਹੜ ਦੇ ਦਰਖਤ ਹੇਠਾਂ ਬੈਠ ਜਾਂਦੇ ਹਨ ਅਤੇ ਉੱਥੇ ਖਾਣਾ ਖਾਣ ਲੱਗ ਜਾਂਦੇ ਹਨ। ਇਸੇ ਸਮੇਂ ਉਹਨਾਂ ਕੋਲ ਇੱਕ ਬਜ਼ੁਰਗ ਸਾਧੂ ਆਉਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਉਹ ਭੁੱਖਾ ਹੈ, ਕਿਰਪਾ ਕਰਕੇ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਵੇ। ਤਾਂ ਹੈਰੀ ਆਪਣੀ ਰੋਟੀ ਉਸ ਨੂੰ ਖਾਣ ਲਈ ਦਿੰਦਾ ਹੈ। ਉਹ ਬਜ਼ੁਰਗ ਸਾਧੂ ਖਾ ਕੇ ਬੜਾ ਖੁਸ਼ ਹੁੰਦਾ ਹੈ ਅਤੇ ਹੈਰੀ ਨੂੰ ਆਸ਼ੀਰਵਾਦ ਦਿੰਦਾ ਹੈ ਅਤੇ ਉਸ ਨੂੰ ਇੱਕ ਕੱਪੜਾ ਵੀ ਦਿੰਦਾ ਹੈ। ਇਸ ਤੇ ਜੋ ਹੈਰੀ ਹੈ ਉਹ ਨਾਰਾਜ਼ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਕੀ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ। ਫਿਰ ਉਹ ਬਜ਼ੁਰਗ ਸਾਧੂ ਮੁਸਕਰਾ ਕੇ ਕਹਿੰਦਾ ਹੈ ਕਿ ਇਹ ਕੋਈ ਆਮ ਕੱਪੜਾ ਨਹੀਂ, ਇਹ ਇੱਕ ਜਾਦੂਈ ਕੱਪੜਾ ਹੈ। ਇਸ ਕੱਪੜੇ ਨਾਲ ਤੁਸੀਂ 2 ਇੱਛਾਵਾਂ ਮੰਗ ਸਕਦੇ ਹੋ ਤੇ ਉਹ ਹੁਣੀ ਮੰਗ ਲਵੋ। ਹੈਰੀ ਵਾਜ਼ ਓਵਰਜੋਇਡ। I want a big house। ਹੈਰੀ ਬਹੁਤ ਖੁਸ਼ ਹੋਇਆ ਅਤੇ ਬੋਲਿਆ, ਮੈਨੂੰ ਇੱਕ ਵੱਡਾ ਘਰ ਚਾਹੀਦਾ ਹੈ। ਗ੍ਰਾਂਟਡ ਹੁੰਦਾ ਜੀ ਕੁਝ ਦਿੱਤਾ ਜਾਣਾ ਜਾਂ ਜੋ ਉਹਨੇ ਰਿਕੁਐਸਟ ਕੀਤੀ ਹੈ ਉਹਨੂੰ ਪੂਰਾ ਕਰਨਾ, ਪ੍ਰਦਾਨ ਕੀਤਾ ਜਾਵੇ। ਇਹ ਬਿਊਟੀਫੁਲ ਹਾਊਸ ਅਪੀਅਰਡ ਹੁੰਦਾ ਹੀ ਪ੍ਰਗਟ ਹੋ ਜਾਣਾ ਜਾਂ ਦਿਖਾਈ ਦੇਣਾ। ਇੱਕ ਸੁੰਦਰ ਘਰ ਪ੍ਰਗਟ ਹੋ ਗਿਆ। What is your second wish? asked the old sage। ਬਜ਼ੁਰਗ ਸਾਧੂ ਨੇ ਪੁੱਛਿਆ, ਤੁਹਾਡੀ ਦੂਜੀ ਇੱਛਾ ਕੀ ਹੈ। 10 cows, Harry said excitedly। ਹੈਰੀ ਖੁਸ਼ੀ ਨਾਲ ਬੋਲਿਆ, 10 ਗਾਵਾਂ। ਗਰੰਟਡ ਦਿੱਤੀਆਂ। 10 cows appeared out of nowhere। ਕਿਧਰੋਂ 10 ਗਾਵਾਂ ਦਿਖਾਈ ਦਿੱਤੀਆਂ। ਹੈਰੀ ਜੋਏ ਨਿਊ ਨੋ ਬਾਉਂਡ। ਹੈਰੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਜੋਏ ਹੁੰਦਾ ਹੀ ਖੁਸ਼ੀ ਤੇ ਨੋ ਬਾਉਂਡ ਹੁੰਦਾ ਹੀ ਕੋਈ ਸੀਮਾ ਨਾ ਹੋਣੀ। Then the old sage said, promise me that if you ever a poor man asks you for a cup of milk, you will not deny ਹੁੰਦਾ ਇਨਕਾਰ him। ਫਿਰ ਬਜ਼ੁਰਗ ਸਾਧੂ ਨੇ ਕਿਹਾ, ਮੇਰੇ ਨਾਲ ਵਾਅਦਾ ਕਰੋ ਕਿ ਜਦੋਂ ਕੋਈ ਵੀ ਗਰੀਬ ਆਦਮੀ ਤੁਹਾਡੇ ਤੋਂ ਦੁੱਧ ਦਾ ਪਿਆਲਾ ਮੰਗੇਗਾ ਤੁਸੀਂ ਇਨਕਾਰ ਨਹੀਂ ਕਰੋਗੇ। It is a gentleman promise, said the lad। ਨੌਜਵਾਨ ਨੇ ਕਿਹਾ, ਇਹ ਇੱਕ ਸੱਜਣ ਦਾ ਵਚਨ ਹੈ। And whatsoever ਦਾ ਮਤਲਬ ਹੁੰਦਾ ਜੋ ਵੀ। He wishes ਮਤਲਬ ਕਿ ਮੰਗੇਗਾ। For milk ਦੁੱਧ। ਵਾਟਰ ਹੁੰਦਾ ਹੀ ਮੱਖਣ। ਕਰਡ ਦਹੀਂ। ਸਵੀਟਸ ਮਠਿਆਈਆਂ। I will never deny ਹੁੰਦਾ ਹੀ ਇਨਕਾਰ ਕਰਨਾ। ਉਹ ਦੁੱਧ ਮੱਖਣ ਦਹੀਂ ਮਠਿਆਈਆਂ ਕਿਸੇ ਵੀ ਚੀਜ਼ ਦੀ ਇੱਛਾ ਪ੍ਰਗਟ ਕਰੇਗਾ ਮੈਂ ਇਨਕਾਰ ਨਹੀਂ ਕਰਾਂਗਾ। The old sage smiled। ਮੁਸਕਰਾਇਆ। Do not break your promise। ਪ੍ਰੋਮਿਸ ਹੁੰਦਾ ਹੀ ਵਾਅਦਾ। ਬ੍ਰੇਕ ਹੁੰਦਾ ਹੀ ਤੋੜਨਾ। ਬਜ਼ੁਰਗ ਸਾਧੂ ਮੁਸਕਰਾਇਆ, ਆਪਣਾ ਵਚਨ ਨਾ ਤੋੜਿਓ। I will not। assured ਹੁੰਦਾ ਹੀ ਭਰੋਸਾ ਦਿਵਾਉਣਾ। ਹੈਰੀ, ਮੈਂ ਇਸ ਨੂੰ ਨਹੀਂ ਤੋੜਾਂਗਾ। ਹੈਰੀ ਨੇ ਭਰੋਸਾ ਦਿਵਾਇਆ। ਇੰਨੇ ਪਹਿਲੇ ਤੋਂ ਆਪਾਂ ਨੂੰ ਇਹੀ ਪਤਾ ਚੱਲਦਾ ਹੈ ਕਿ ਜੋ ਹੈਰੀ ਹੈਗਾ ਉਸਨੇ ਪਹਿਲਾਂ ਇੱਕ ਘਰ ਮੰਗਿਆ, ਉਸਨੂੰ ਘਰ ਦਿੱਤਾ ਗਿਆ। ਫਿਰ ਉਸਨੇ ਦੂਜੀ ਇੱਛਾ ਵਿੱਚ 10 ਗਾਵਾਂ ਮੰਗੀਆਂ, ਉਸਨੂੰ 10 ਗਾਵਾਂ ਦਿੱਤੀਆਂ ਗਈਆਂ। ਉਸ ਤੋਂ ਬਾਅਦ ਜੋ ਬਜ਼ੁਰਗ ਸਾਧੂ ਸੀ ਉਸਨੇ ਇੱਕ ਪ੍ਰੋਮਿਸ ਦਿੱਤਾ ਕਿ ਜੇਕਰ ਕੋਈ ਵੀ ਗਰੀਬ ਆਦਮੀ ਤੁਹਾਡੇ ਤੋਂ ਕੋਈ ਦੁੱਧ ਦਹੀਂ ਮੱਖਣ ਪਨੀਰ ਮੰਗੇ ਜਾਂ ਮਠਿਆਈਆਂ ਮੰਗੇ ਤਾਂ ਤੁਸੀਂ ਕਦੋਂ ਉਸਨੂੰ ਨਾ ਨਹੀਂ ਕਰਨੀ। ਇੱਥੇ ਹੈਰੀ ਉਸ ਸਾਧੂ ਨੂੰ ਵਿਸ਼ਵਾਸ ਦਿਵਾ ਰਿਹਾ ਹੈਗਾ ਕਿ ਉਹ ਆਪਣਾ ਵਾਅਦਾ ਕਦੇ ਵੀ ਨਹੀਂ ਤੋੜੇਗਾ। ਜੇਕਰ ਕੋਈ ਵੀ ਉਸ ਤੋਂ ਦੁੱਧ ਮੱਖਣ ਦਹੀਂ ਕੁਝ ਵੀ ਮੰਗੇਗਾ ਉਹ ਉਸ ਨੂੰ ਦੇਵੇਗਾ। The other 2 brothers continued on their way with the old sage। ਦੂਜੇ 2 ਭਰਾ ਬਜ਼ੁਰਗ ਸਾਧੂ ਦੇ ਨਾਲ ਅੱਗੇ ਵਧੇ। They went on till they came to a stream ਹੁੰਦੀ ਨਦੀ ਜਿਹਦਾ ਕੋਈ ਕਿਨਾਰਾ ਨਹੀਂ ਹੁੰਦਾ। ਉਹ ਉਦੋਂ ਤੱਕ ਚੱਲਦੇ ਰਹੇ ਜਦੋਂ ਤੱਕ ਉਹ ਇੱਕ ਨਦੀ ਤੱਕ ਪਹੁੰਚ ਗਏ। The old sage looked sad and worried। ਬਜ਼ੁਰਗ ਸਾਧੂ ਉਦਾਸ ਅਤੇ ਚਿੰਤਤ ਨਜ਼ਰ ਆਉਣ ਲੱਗਾ। Oh, there is no boat। ਬੋਟ ਹੁੰਦੀ ਕਿਸ਼ਤੀ। Oh,
ਇੱਥੇ ਕੋਈ ਕਿਸ਼ਤੀ ਨਹੀਂ ਹੈ। ਹਾਊ ਵਿਲ ਆਈ ਕ੍ਰਾਸ, ਕ੍ਰਾਸ ਹੁੰਦਾ ਪਾਰ, ਦ ਸਟ੍ਰੀਮ, ਮੈਂ ਨਦੀ ਕਿਵੇਂ ਪਾਰ ਕਰਾਂਗਾ। ਰਮਨ ਸੈਡ ਵੈਰੀ ਕਾਈਂਡਲੀ, ਕਾਈਂਡਲੀ ਹੁੰਦਾ ਦਿਆਲਤਾ ਨਾਲ, ਡੋਂਟ ਵਰੀ, ਵੀ ਚਿੰਤਾ ਨਾ ਕਰੋ। ਰਮਨ ਨੇ ਉਦਾਰਤਾ ਨਾਲ ਕਿਹਾ, ਚਿੰਤਾ ਨਾ ਕਰੋ। ਆਈ ਵਿਲ ਹੈਲਪ ਯੂ, ਮੈਂ ਤੁਹਾਡੀ ਮਦਦ ਕਰਾਂਗਾ। ਆਈ ਵਿਲ ਕੈਰੀ ਯੂ ਔਨ ਮਾਈ ਬੈਕ, ਬੈਕ ਹੁੰਦਾ ਪਿੱਠ ਜਾਂ ਢੂਹੀ, ਮੈਂ ਤੁਹਾਨੂੰ ਆਪਣੀ ਪਿੱਠ ਤੇ ਚੁੱਕਾਂਗਾ। ਆਫਟਰ ਕ੍ਰਾਸਿੰਗ ਦ ਰਿਵਰ ਦੀ ਥ੍ਰੀ ਆਫ ਦੈਮ ਸੈਟ ਡਾਊਨ ਫॉर ਸਮ ਰੈਸਟ, ਰੈਸਟ ਹੁੰਦਾ ਆਰਾਮ। ਨਦੀ ਪਾਰ ਕਰਕੇ ਤਿੰਨੋਂ ਆਰਾਮ ਕਰਨ ਲਈ ਬੈਠ ਗਏ। ਇਸ ਪੈਰੇ ਵਿੱਚ ਇਹੀ ਹੈ ਕਿ ਉਹ ਜੋ ਚੱਲਦੇ ਗਏ ਤੇ ਅੱਗੇ ਉਹਨਾਂ ਨੂੰ ਇੱਕ ਨਦੀ ਮਿਲੀ ਤੇ ਉੱਥੇ ਜੋ ਬਜ਼ੁਰਗ ਸਾਧੂ ਸੀ ਉਹ ਥੋੜਾ ਘਬਰਾ ਗਿਆ ਕਿ ਉਹ ਨਦੀ ਪਾਰ ਕਿਵੇਂ ਕਰੇਗਾ। ਇੱਥੇ ਰਾਮਨ ਨੇ ਉਹਨਾਂ ਨੂੰ ਕਿਹਾ ਕਿ ਚਿੰਤਾ ਨਾ ਕਰੋ, ਤੁਹਾਨੂੰ ਮੈਂ ਆਪਣੀ ਢੂਹੀ ਤੇ ਬਿਠਾ ਕੇ ਇਹ ਨਦੀ ਪਾਰ ਕਰਾਵਾਂਗਾ। ਅਤੇ ਰਮਨ ਨੇ ਆਪਣੀ ਢੂਹੀ ਉੱਪਰ ਬਿਠਾ ਕੇ ਉਸ ਸਾਧੂ ਨੂੰ ਨਦੀ ਪਾਰ ਕਰਾਈ ਅਤੇ ਨਦੀ ਪਾਰ ਕਰਨ ਤੋਂ ਬਾਅਦ ਉਹ ਆਰਾਮ ਕਰਨ ਲਈ ਬੈਠ ਗਏ। ਇਸ ਪੈਰੇ ਆਪਾਂ ਪੜ੍ਹਦੇ ਹਾਂ ਅੱਗੇ। ਦ ਸੇਜ ਥੈਂਕਡ ਰਮਨ ਐਂਡ ਸੈਡ ਗॉड ਬਲੈਸ ਯੂ ਸਨ, ਹੇਅਰ ਇਜ਼ ਅ ਗਿਫਟ ਫॉर ਯੂ। ਸਾਧੂ ਨੇ ਰਮਨ ਦਾ ਧੰਨਵਾਦ ਕੀਤਾ ਅਤੇ ਕਿਹਾ, ਬੇਟਾ ਭਗਵਾਨ ਤੁਹਾਡਾ ਭਲਾ ਕਰੇ, ਇਹ ਤੁਹਾਡੇ ਲਈ ਇੱਕ ਤੋਹਫਾ ਹੈ। ਰਮਨ ਵਾਜ ਡਿਲਾਈਟਡ, ਡਿਲਾਈਟਡ ਹੁੰਦਾ ਖੁਸ਼ ਹੋਣਾ, ਰਮਨ ਖੁਸ਼ ਹੋ ਗਿਆ। ਦੀ ਸੇਜ ਗੇਵ ਹਿਮ ਏ ਪੀਸ ਆਫ ਸਟਿਕ, ਪੀਸ ਆਫ ਸਟਿਕ ਹੁੰਦਾ ਲੱਕੜੀ ਦਾ ਟੁਕੜਾ, ਸਾਧੂ ਨੇ ਉਸ ਨੂੰ ਸੋਟੀ ਦਾ ਟੁਕੜਾ ਦਿੱਤਾ। ਰਮਨ ਵਾਜ ਸਰਪ੍ਰਾਈਜ਼ਡ, ਸਰਪ੍ਰਾਈਜ਼ਡ ਹੁੰਦਾ ਹੈਰਾਨ ਹੋਣਾ। ਵਾਟ ਇਜ਼ ਦਿਸ, ਰਮਨ ਹੈਰਾਨ ਸੀ, ਇਹ ਕੀ ਹੈ। ਇਟ ਇਜ਼ ਏ ਮੈਜਿਕ ਸਟਿਕ, ਇਹ ਇੱਕ ਜਾਦੂ ਦੀ ਛੜੀ ਹੈ। ਇਟ ਵਿਲ ਗ੍ਰਾਂਟ ਯੂ ਟੂ ਵਿਸ਼ੇਸ, ਇਹ ਤੁਹਾਡੀਆਂ ਵਿਸ਼ੇਸ ਹੁੰਦੇ ਇੱਛਾਵਾਂ, ਇਹ ਤੁਹਾਡੀਆਂ 2 ਇੱਛਾਵਾਂ ਪੂਰੀ ਕਰੇਗੀ। ਆਸਕ ਨਾਓ, ਹੁਣੀ ਮੰਗੋ। ਰਮਨ ਵਾਜ ਡਿਲਾਈਟਡ, ਰਮਨ ਬਹੁਤ ਖੁਸ਼ ਸੀ। ਹੀ ਸੈਡ, ਉਸਨੇ ਕਿਹਾ, ਆਈ ਵਾਂਟ ਏ ਬਿਗ ਹਾਊਸ, ਮੈਂ ਇੱਕ ਵੱਡਾ ਘਰ ਚਾਹੁੰਦਾ ਹਾਂ। ਗ੍ਰਾਂਟਡ, ਪ੍ਰਦਾਨ ਕੀਤਾ ਜਾਵੇ ਜਾਂ ਮਤਲਬ ਕਿ ਉਹਦੀ ਇੱਛਾ ਮੰਨ ਲਈ ਜਾਵੇ। ਏ ਬਿਊਟੀਫੁਲ ਹਾਊਸ ਅਪੀਅਰਡ, ਇੱਕ ਸੁੰਦਰ ਘਰ ਪ੍ਰਗਟ ਹੋਇਆ। ਵਾਟ ਇਜ਼ ਯੂਅਰ ਸੈਕੰਡ ਵਿਸ਼, ਤੁਹਾਡੀ ਦੂਜੀ ਇੱਛਾ ਕੀ ਹੈ। ਐਡਡ ਦਾ ਸੇਜ, ਸਾਧੂ ਨੇ ਅੱਗੇ ਪੁੱਛਿਆ। ਏ ਪੋਲਟਰੀ ਫਾਰਮ, ਸੈਡ ਰਮਨ ਐਕਸਾਈਟਲੀ, ਇੱਕ ਮੁਰਗੀ ਫਾਰਮ, ਰਮਨ ਨੇ ਖੁਸ਼ੀ ਨਾਲ ਕਿਹਾ। ਗ੍ਰਾਂਟਡ, ਦਿੱਤੀ ਗਈ। ਏ ਪੋਲਟਰੀ ਫਾਰਮ ਅਪੀਅਰਡ ਆਊਟ ਆਫ ਨਾਓਵੇਅਰ, ਨਾਓਵੇਅਰ ਹੁੰਦੇ ਕਿਤੋਂ ਵੀ, ਕਿਧਰੋਂ ਇੱਕ ਪੋਲਟਰੀ ਫਾਰਮ ਦਿਖਾਈ ਦਿੱਤਾ। ਰਮਨ ਜੋਏ ਨਿਊ ਟੂ ਨੋ ਬਾਉਂਡ, ਰਮਨ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਦੈਨ ਦ ਓਲਡ ਸੇਜ ਸੈਡ, ਪ੍ਰੋਮਿਸ ਮੀ ਦੈਟ ਇਫ ਯੂ ਐਵਰ ਏ ਪੂਅਰ ਮੈਨ ਆਸਕ ਯੂ ਫॉर ਐਨ ਐਗ ਯੂ ਵਿਲ ਨੈਵਰ ਡਿਨਾਈ ਹਿਮ। ਫਿਰ ਬਜ਼ੁਰਗ ਸਾਧੂ ਨੇ ਕਿਹਾ, ਮੇਰੇ ਨਾਲ ਵਾਅਦਾ ਕਰੋ ਕਿ ਜਦੋਂ ਵੀ ਕੋਈ ਵੀ ਗਰੀਬ ਆਦਮੀ ਤੁਹਾਡੇ ਤੋਂ ਆਂਡਾ ਮੰਗੇਗਾ ਤੁਸੀਂ ਇਨਕਾਰ ਨਹੀਂ ਕਰੋਗੇ। ਇਸ ਲਾਈਨਾਂ ਤੋਂ ਆਪਾਂ ਨੂੰ ਇਹੀ ਪਤਾ ਲੱਗਦਾ ਹੈ ਕਿ ਉਸ ਬਜ਼ੁਰਗ ਸਾਧੂ ਨੇ ਰਮਨ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਇੱਕ ਮੈਜਿਕ ਸਟਿਕ ਦਿੱਤੀ ਅਤੇ ਰਮਨ ਨੂੰ ਕੋਈ 2 ਇੱਛਾਵਾਂ ਮੰਗਣ ਲਈ ਕਿਹਾ। ਰਮਨ ਨੇ ਪਹਿਲੀ ਇੱਛਾ ਇੱਕ ਵੱਡੇ ਘਰ ਦੀ ਮੰਗੀ ਜੋ ਕਿ ਉਸ ਦੀ ਪੂਰੀ ਹੋ ਗਈ ਅਤੇ ਦੂਜੀ ਇੱਛਾ ਵਿੱਚ ਉਸਨੇ ਪੋਲਟਰੀ ਫਾਰਮ ਮੰਗਿਆ ਯਾਨੀ ਕਿ ਮੁਰਗੀ ਫਾਰਮ ਅਤੇ ਉਸਦੀ ਇਹ ਇੱਛਾ ਵੀ ਪੂਰੀ ਹੋ ਗਈ। ਇਸ ਤੋਂ ਬਾਅਦ ਉਹ ਸਾਧੂ ਉਸ ਤੋਂ ਇੱਕ ਵਾਅਦਾ ਲੈਂਦਾ ਹੈ ਕਿ ਜੇਕਰ ਕੋਈ ਗਰੀਬ ਆਦਮੀ ਤੁਹਾਡੇ ਤੋਂ ਕੋਈ ਅੰਡਾ ਮੰਗੇਗਾ ਤਾਂ ਤੁਸੀਂ ਇਨਕਾਰ ਨਹੀਂ ਕਰੋਗੇ। ਇਟ ਇਜ਼ ਅ ਜੈਂਟਲਮੈਨਸ ਪ੍ਰੋਮਿਸ ਸੈਡ ਦ ਲੇਡ, ਨੌਜਵਾਨ ਨੇ ਕਿਹਾ, ਇਹ ਇੱਕ ਸੱਜਣ ਦਾ ਵਾਅਦਾ ਹੈ। ਐਂਡ ਵਾਟਸੋਐਵਰ ਹੀ ਵਿਸ਼ਸ ਫॉर ਐਗ ਆਮਲੇਟ, ਐਗ ਪੁਡਿੰਗ ਆਈ ਵਿਲ ਨੈਵਰ ਡਿਨਾਈ, ਅਤੇ ਉਹ ਅੰਡੇ ਆਮਲੇਟ, ਅੰਡੇ ਦੀ ਪੁਡਿੰਗ, ਕਿਸੇ ਵੀ ਚੀਜ਼ ਦੀ ਇੱਛਾ ਪ੍ਰਗਟ ਕਰੇਗਾ ਮੈਂ ਇਨਕਾਰ ਨਹੀਂ ਕਰਾਂਗਾ। ਦ ਓਲਡ ਸੇਜ ਸਮਾਈਲਡ, ਡੂ ਨਾਟ ਬ੍ਰੇਕ ਯੂਅਰ ਪ੍ਰੋਮਿਸ, ਬਜ਼ੁਰਗ ਸਾਧੂ ਨੇ ਮੁਸਕਰਾਇਆ ਅਤੇ ਕਿਹਾ, ਆਪਣਾ ਵਚਨ ਨਾ ਤੋੜਿਓ। ਆਈ ਵਿਲ ਨਾਟ, ਦ ਰਮਨ ਕੌਨਫੀਡੈਂਟਲੀ, ਕੌਨਫੀਡੈਂਟਲੀ ਹੁੰਦੀ ਦ੍ਰਿੜਤਾ ਨਾਲ, ਰਮਨ ਨੇ ਦ੍ਰਿੜਤਾ ਨਾਲ ਕਿਹਾ, ਮੈਂ ਅਜਿਹਾ ਨਹੀਂ ਕਰਾਂਗਾ। ਇਸ ਪੈਰੇ ਵਿੱਚ ਰਮਨ ਸਾਧੂ ਨੂੰ ਇਹੀ ਕਹਿ ਰਿਹਾ ਹੈ ਕਿ ਜੋ ਕੋਈ ਵੀ ਗਰੀਬ ਬੰਦਾ ਉਸ ਤੋਂ ਚਾਹੇ ਆਮਲੇਟ ਮੰਗ ਲੇ, ਚਾਹੇ ਅੰਡੇ ਮੰਗ ਲੇ, ਚਾਹੇ ਪੁਡਿੰਗ ਮੰਗ ਲੇ, ਤਾਂ ਉਹ ਕਦੇ ਵੀ ਇਨਕਾਰ ਨਹੀਂ ਕਰੂਗਾ, ਉਸ ਵਿਅਕਤੀ ਨੂੰ ਉਹ ਚੀਜ਼ ਦੇਵੇਗਾ। ਇਸ ਤੇ ਸਾਧੂ ਕਹਿੰਦਾ ਹੈ ਕਿ ਆਪਣਾ ਵਾਅਦਾ ਤੋੜ ਨਾ ਦਿਓ। ਇੱਥੇ ਫਿਰ ਰਮਨ ਕੌਨਫੀਡੈਂਟਲੀ ਨਾਲ ਕਹਿੰਦਾ ਕਿ ਉਹ ਆਪਣਾ ਵਾਅਦਾ ਕਦੇ ਨਹੀਂ ਤੋੜੇਗਾ। ਸੰਦੀਪ ਮੂਵਡ on with the old sage, ਸੰਦੀਪ ਬਜ਼ੁਰਗ ਸਾਧੂ ਨਾਲ ਤੁਰਦਾ ਰਿਹਾ। when they came to a desert, desert ਹੁੰਦਾ ਹੀ ਮਾਰੂਥਲ, they sat down for some rest, ਜਦੋਂ ਉਹ ਇੱਕ ਮਾਰੂਥਲ ਵਿੱਚ ਪਹੁੰਚ ਗਏ ਤਾਂ ਉਹ ਬੈਠ ਗਏ ਅਤੇ ਆਰਾਮ ਕਰਨ ਲੱਗੇ। the old sage said to ਸੰਦੀਪ, ਬਜ਼ੁਰਗ ਸਾਧੂ ਨੇ ਸੰਦੀਪ ਨੂੰ ਕਿਹਾ, I know you are very tired, ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਥੱਕ ਗਏ ਹੋ। What I am very thirsty, thirsty ਹੁੰਦਾ ਹੀ ਪਿਆਸਾ, ਪਰ ਮੈਨੂੰ ਬਹੁਤ ਪਿਆਸ ਲੱਗੀ ਹੈ। Please get me some water, ਕਿਰਪਾ ਕਰਕੇ ਮੇਰੇ ਲਈ ਥੋੜਾ ਪਾਣੀ ਲੈ ਕੇ ਆਓ। Don't worry, please rest here, ਚਿੰਤਾ ਨਾ ਕਰੋ, ਕਿਰਪਾ ਕਰਕੇ ਇੱਥੇ ਆਰਾਮ ਕਰੋ। ਇੱਥੇ ਜੋ ਸੰਦੀਪ ਹੈ ਉਹ ਸਾਧੂ ਨੂੰ ਕਹਿ ਰਿਹਾ ਕਿ ਚਿੰਤਾ ਨਾ ਕਰੋ, ਤੁਸੀਂ ਇੱਥੇ ਆਰਾਮ ਕਰੋ। I will find some water for you,
ਮੈਂ ਤੁਹਾਡੇ ਲਈ ਪਾਣੀ ਲੱਭਦਾ ਹਾਂ। ਸੰਦੀਪ ਸੈਟ ਆਊਟ ਟੂ ਫਾਈਂਡ ਵਾਟਰ ਫॉर द ओल्ड मैन। ਸੰਦੀਪ ਬਜ਼ੁਰਗ ਸਾਧੂ ਲਈ ਪਾਣੀ ਲੱਭਣ ਲਈ ਨਿਕਲਿਆ, ਯਾਨੀ ਕਿ ਉਹ ਪਾਣੀ ਦੀ ਤਲਾਸ਼ ਵਿੱਚ ਉੱਥੋਂ ਚਲਾ ਗਿਆ। He returned after an hour with some water। ਉਹ 1 ਘੰਟੇ ਬਾਅਦ ਥੋੜਾ ਪਾਣੀ ਲੈ ਕੇ ਪਰਤਿਆ। The old sage drank। ਡਰੰਕ ਹੁੰਦਾ ਪੀਣਾ, ਡਰਿੰਕ, ਡਰੈਂਕ, ਡਰੰਕ, ਇਹ ਤੀਜੀ ਫਾਰਮ ਆ ਗਈ। The water and blessed ਸੰਦੀਪ। ਬਜ਼ੁਰਗ ਸਾਧੂ ਨੇ ਪਾਣੀ ਪੀਤਾ ਅਤੇ ਸੰਦੀਪ ਨੂੰ ਆਸ਼ੀਰਵਾਦ ਦਿੱਤਾ। God bless you son। ਬੇਟਾ ਰੱਬ ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ। Here is gift for you। ਇਹ ਤੁਹਾਡੇ ਲਈ ਇੱਕ ਤੋਹਫਾ ਹੈ। ਸੰਦੀਪ ਵਾਜ ਡਿਲਾਈਟਡ। ਸੰਦੀਪ ਬਹੁਤ ਖੁਸ਼ ਸੀ। The sage gave him a piece of rope। ਸਾਧੂ ਨੇ ਉਸ ਨੂੰ ਇੱਕ ਰੱਸੀ ਦਾ ਟੁਕੜਾ ਦਿੱਤਾ। ਸੰਦੀਪ became very happy। ਸੰਦੀਪ ਬਹੁਤ ਖੁਸ਼ ਹੋਇਆ। He knew he was going to be rewarded। ਰਿਵਾਰਡਡ ਹੁੰਦਾ ਹੀ ਕੋਈ ਇਨਾਮ ਦੇਣਾ। ਉਹ ਜਾਣਦਾ ਸੀ ਕਿ ਉਸ ਨੂੰ ਇੱਕ ਇਨਾਮ ਮਿਲਣ ਵਾਲਾ ਹੈ। The old sage smiled। ਬਜ਼ੁਰਗ ਸਾਧੂ ਮੁਸਕਰਾਇਆ and said ਅਤੇ ਕਿਹਾ it is a magic rope। ਇਹ ਇੱਕ ਜਾਦੂਈ ਰੱਸੀ ਹੈ। It will grant you 2 wishes। ਇਹ ਤੁਹਾਡੀਆਂ 2 ਇੱਛਾਵਾਂ ਪੂਰੀਆਂ ਕਰੇਗੀ। ਆਸਕ ਨਾਓ, ਹੁਣੀ ਮੰਗ ਲਓ। ਇਸ ਪੈਰੇ ਤੋਂ ਆਪਾਂ ਨੂੰ ਇਹ ਪਤਾ ਚੱਲਦਾ ਹੈ ਕਿ ਉਹ ਚੱਲਦੇ ਚੱਲਦੇ ਇੱਕ ਮਾਰੂਥਲ ਜਾਨੀ ਡਿਜ਼ਰਟ ਵਿੱਚ ਪਹੁੰਚ ਗਏ, ਕਿਉਂਕਿ ਉੱਥੇ ਕੋਈ ਪਾਣੀ ਨਹੀਂ ਹੁੰਦਾ ਅਤੇ ਉੱਥੇ ਆਰਾਮ ਕਰਨ ਲੱਗੇ। ਤਾਂ ਉੱਥੇ ਹੀ ਉਸ ਬਜ਼ੁਰਗ ਸਾਧੂ ਨੂੰ ਬਹੁਤ ਪਿਆਸ ਲੱਗੀ ਤੇ ਉਸਨੇ ਸੰਦੀਪ ਨੂੰ ਕਿਹਾ ਕਿ ਉਹ ਉਸਦੇ ਲਈ ਕੁਝ ਥੋੜਾ ਪਾਣੀ ਲੈ ਕੇ ਆਏ। ਇੱਥੇ ਸੰਦੀਪ ਉਸ ਨੂੰ ਆਰਾਮ ਕਰਨ ਲਈ ਬਿਠਾ ਕੇ ਪਾਣੀ ਦੀ ਭਾਲ ਵਿੱਚ ਚਲਾ ਗਿਆ ਅਤੇ 1 ਘੰਟੇ ਬਾਅਦ ਥੋੜਾ ਜਿਹਾ ਪਾਣੀ ਲੈ ਕੇ ਆਇਆ ਤੇ ਸਾਧੂ ਨੇ ਪਾਣੀ ਪੀਤਾ ਅਤੇ ਉਸ ਨੂੰ ਤੋਹਫੇ ਵਜੋਂ ਇੱਕ ਰੱਸੀ ਦਾ ਟੁਕੜਾ ਦਿੱਤਾ, ਕਿਉਂਕਿ ਸੰਦੀਪ ਨੂੰ ਪਤਾ ਸੀ ਕਿ ਇਹ ਕੋਈ ਆਮ ਰੱਸੀ ਨਹੀਂ। ਇਸ ਲਈ ਉਹ ਬਹੁਤ ਖੁਸ਼ ਹੋਇਆ। ਸਾਧੂ ਨੇ ਕਿਹਾ ਕਿ ਇਹ ਤੁਹਾਡੀਆਂ 2 ਇੱਛਾਵਾਂ ਪੂਰੀ ਕਰੇਗੀ, ਇਸ ਨੂੰ ਹੁਣੀ ਮੰਗ ਲਓ। ਇੱਥੇ ਆਪਾਂ ਹੁਣ ਅੱਗੇ ਦੇਖਦੇ ਕਿ ਸੰਦੀਪ ਅੱਗੇ ਕਿਹੜੀ ਇੱਛਾਵਾਂ ਮੰਗਦਾ ਹੈ। ਸੰਦੀਪ ਵਾਜ ਡਿਲਾਈਟਡ। ਸੰਦੀਪ ਖੁਸ਼ ਸੀ। ਆਈ ਵਾਂਟ ਅ ਬਿਗ ਹਾਊਸ। ਮੈਨੂੰ ਇੱਕ ਵੱਡਾ ਘਰ ਚਾਹੀਦਾ ਹੈ। ਗ੍ਰਾਂਟਡ, ਪ੍ਰਦਾਨ ਕੀਤਾ ਜਾਵੇ, ਯਾਨੀ ਕਿ ਇੱਛਾ ਪੂਰੀ ਕੀਤੀ ਜਾਵੇ। A beautiful house appeared। ਇੱਕ ਸੁੰਦਰ ਘਰ ਪ੍ਰਗਟ ਹੋਇਆ। What is your second wish? ਤੁਹਾਡੀ ਦੂਜੀ ਇੱਛਾ ਕੀ ਹੈ? ਐਡਡ ਦਾ ਸੇਜ। ਸਾਧੂ ਨੇ ਪੁੱਛਿਆ। A field। ਫੀਲਡ ਹੁੰਦਾ ਖੇਤ। Said ਸੰਦੀਪ ਐਕਸਾਈਟਲੀ। ਇੱਕ ਖੇਤ। ਸੰਦੀਪ ਨੇ ਖੁਸ਼ੀ ਨਾਲ ਕਿਹਾ। Granted। ਇੱਛਾ ਪੂਰੀ ਕੀਤੀ ਜਾਵੇ। A field appeared out of nowhere। ਪਤਾ ਨਹੀਂ ਕਿਧਰੋਂ ਇੱਕ ਖੇਤ ਦਿਖਾਈ ਦਿੱਤਾ। ਸੰਦੀਪ joy knew no bound। ਸੰਦੀਪ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। Then the old sage said। ਫਿਰ ਬਜ਼ੁਰਗ ਸਾਧੂ ਨੇ ਕਿਹਾ promise me that if you ever a poor man ask you for something to eat ਦਾ ਖਾਣਾ, you will not deny him। ਫਿਰ ਬਜ਼ੁਰਗ ਸਾਧੂ ਨੇ ਕਿਹਾ ਮੇਰੇ ਨਾਲ ਵਾਅਦਾ ਕਰੋ ਕਿ ਜਦੋਂ ਵੀ ਕੋਈ ਗਰੀਬ ਆਦਮੀ ਤੁਹਾਡੇ ਤੋਂ ਖਾਣ ਲਈ ਕੁਝ ਮੰਗੇਗਾ ਤਾਂ ਤੁਸੀਂ ਇਨਕਾਰ ਨਹੀਂ ਕਰੋਗੇ। It is gentleman promise। ਇਹ ਇੱਕ ਸੱਜਣ ਦਾ ਵਾਅਦਾ ਹੈ। Said the lad। ਉਸਨੇ ਕਿਹਾ and whatsoever he wishes for rice, wheat, vegetables, fruits, I will never deny। ਉਹ ਚਾਵਲ, ਕਣਕ, ਸਬਜ਼ੀਆਂ, ਫਲ, ਕਿਸੇ ਵੀ ਚੀਜ਼ ਲਈ ਆਪਣੀ ਇੱਛਾ ਪ੍ਰਗਟ ਕਰੇਗਾ, ਮੈਂ ਇਨਕਾਰ ਨਹੀਂ ਕਰਾਂਗਾ। The old sage smiled। ਬਜ਼ੁਰਗ ਸਾਧੂ ਮੁਸਕਰਾਇਆ। Do not break your promise। ਆਪਣਾ ਵਾਅਦਾ ਨਾ ਤੋੜਿਓ। I will not you promise ਸੰਦੀਪ। ਸੰਦੀਪ ਨੇ ਵਾਅਦਾ ਕੀਤਾ ਮੈਂ ਆਪਣਾ ਵਚਨ ਨਹੀਂ ਤੋੜਾਂਗਾ। The old sage set out on his journey। ਬਜ਼ੁਰਗ ਸਾਧੂ ਆਪਣੀ ਯਾਤਰਾ ਲਈ ਨਿਕਲ ਗਿਆ, ਜਾਨੀ ਕਿ ਹੁਣ ਸਾਧੂ ਉਹਨਾਂ ਤੋਂ ਅਲੱਗ ਹੋ ਗਿਆ। ਇਹਨਾਂ ਲਾਈਨਾਂ ਵਿੱਚ ਆਪਾਂ ਨੂੰ ਇਹੀ ਗੱਲ ਦਾ ਪਤਾ ਲੱਗਦਾ ਹੈ ਕਿ ਜੋ ਸੰਦੀਪ ਆ ਉਸਨੇ ਪਹਿਲਾਂ ਇੱਕ ਵੱਡਾ ਘਰ ਮੰਗਿਆ, ਉਸ ਨੂੰ ਦੇ ਦਿੱਤਾ ਗਿਆ। ਫਿਰ ਉਸਨੇ ਇੱਕ ਖੇਤ ਮੰਗਿਆ ਜੋ ਕਿ ਉਸ ਨੂੰ ਦੇ ਦਿੱਤਾ ਗਿਆ। ਉਸ ਤੋਂ ਬਾਅਦ ਸਾਧੂ ਨੇ ਉਸ ਤੋਂ ਇੱਕ ਵਾਅਦਾ ਲਿਆ ਕਿ ਜੇਕਰ ਕੋਈ ਵੀ ਗਰੀਬ ਆਦਮੀ ਉਸ ਤੋਂ ਖਾਣ ਲਈ ਕੁਝ ਮੰਗੇਗਾ ਤਾਂ ਉਹ ਆਪਣਾ ਵਾਅਦਾ ਨਹੀਂ ਤੋੜੇਗਾ। ਤਾਂ ਸੰਦੀਪ ਉਸ ਨਾਲ ਵਾਅਦਾ ਕਰਦਾ ਹੈ ਕਿ ਕੋਈ ਵੀ ਗਰੀਬ ਵਿਅਕਤੀ ਉਸ ਤੋਂ ਕੋਈ ਚੌਲ, ਕਣਕ, ਸਬਜ਼ੀਆਂ, ਫਲ ਆਦਿ ਮੰਗੇਗਾ ਤਾਂ ਉਹ ਕਦੇ ਵਿਅਕਤੀ ਨੂੰ ਇਨਕਾਰ ਨਹੀਂ ਕਰੇਗਾ। ਅੱਗੇ ਉਹ ਬਜ਼ੁਰਗ ਸਾਧੂ ਕਹਿੰਦਾ ਹੈ ਕਿ ਉਹ ਆਪਣਾ ਵਾਅਦਾ ਕਦੇ ਤੋੜ ਨਾ ਦੇਵੇ। ਇਸ ਤੇ ਸੰਦੀਪ ਕਹਿੰਦਾ ਹੈ ਕਿ ਉਹ ਆਪਣਾ ਵਾਅਦਾ ਕਦੇ ਨਹੀਂ ਤੋੜੇਗਾ। ਆਫਟਰ ਏ ਫਿਊ ਡੇਜ਼। ਫਿਊ ਹੁੰਦਾ ਹੀ ਕੁਝ। ਸੰਦੀਪ ਡਿਸਾਈਡਡ ਟੂ ਵਿਜ਼ਿਟ ਹਿਸ ਬ੍ਰਦਰਸ ਬਿਕॉज ਹੀ ਮਿਸਡ them। ਇੱਥੇ ਮਿਸਡ ਦਾ ਮਤਲਬ ਹੈ ਜੀ ਯਾਦ ਕਰਨਾ। ਕੁਝ ਦਿਨਾਂ ਬਾਅਦ ਸੰਦੀਪ ਨੇ ਆਪਣੇ ਭਰਾਵਾਂ ਨੂੰ ਮਿਲਣ ਦਾ ਫੈਸਲਾ ਕੀਤਾ ਕਿਉਂਕਿ ਉਹ ਉਹਨਾਂ ਨੂੰ ਯਾਦ ਕਰ ਰਿਹਾ ਸੀ, ਕਿਉਂਕਿ ਹੁਣ ਉਹ ਤਿੰਨੇ ਭਰਾ ਅਲੱਗ-ਅਲੱਗ ਹੋ ਗਏ ਸਨ ਅਤੇ ਅਲੱਗ-ਅਲੱਗ ਰਹਿ ਰਹੇ ਸਨ। ਹੁਣ ਸੰਦੀਪ ਨੂੰ ਆਪਣੇ ਭਰਾਵਾਂ ਨੂੰ ਮਿਲਣ ਦੀ ਇੱਛਾ ਹੋਈ। The houses, the cows, the poultry farms and his brother seemed to have vanished। vanished ਹੁੰਦਾ ਹੀ ਗਾਇਬ। ਘਰ, ਗਾਵਾਂ, ਪੋਲਟਰੀ ਫਾਰਮ ਅਤੇ ਉਸਦੇ ਭਰਾ ਸਭ ਗਾਇਬ ਹੋ ਗਏ ਸਨ।
ਯਾਨੀ ਕਿ ਉਹਦੇ ਭਰਾਵਾਂ ਨੂੰ ਘਰ ਵੀ ਮਿਲੇ ਸਨ, ਉਸਦੇ ਨਾਲ ਪੋਲਟਰੀ ਫਾਰਮ ਅਤੇ ਗਾਵਾਂ ਮਿਲੀਆਂ ਸਨ। ਜਦੋਂ ਉਹ ਉਹਨਾਂ ਨੂੰ ਮਿਲਣ ਗਿਆ ਤਾਂ ਨਾ ਤਾਂ ਉੱਥੇ ਉਹਦੇ ਭਰਾ ਸਨ, ਨਾ ਕੋਈ ਗਾਵਾਂ ਸਨ ਤੇ ਨਾ ਹੀ ਪੋਲਟਰੀ ਫਾਰਮ ਸੀ। ਇਹ ਸਭ ਗਾਇਬ ਸਨ। He could not find them, ਉਹ ਉਹਨਾਂ ਨੂੰ ਲੱਭ ਨਾ ਸਕਿਆ। As he stood and wondered, ਜਦੋਂ ਉਹ ਹੈਰਾਨ ਹੋ ਕੇ ਉੱਥੇ ਖੜਾ ਸੀ, he saw the sage coming toward him, ਉਸਨੇ ਸਾਧੂ ਨੂੰ ਆਪਣੇ ਵੱਲ ਆਉਂਦੇ ਦੇਖਿਆ। ਜਦੋਂ ਉਹ ਉੱਥੇ ਹੈਰਾਨ ਹੋ ਕੇ ਖੜਿਆ ਸੀ ਕਿ ਉਸਦੇ ਭਾਈ ਗਾਵਾਂ ਤੇ ਪੋਲਟਰੀ ਫਾਰਮ ਕਿੱਥੇ ਗਿਆ ਹੈ, ਤਾਂ ਉਸੇ ਸਮੇਂ ਦੇਖਿਆ ਕਿ ਉਹੀ ਬਜ਼ੁਰਗ ਸਾਧੂ ਉਸ ਵੱਲ ਆ ਰਹੇ ਹਨ। The sage said to him, ਸਾਧੂ ਨੇ ਉਸ ਨੂੰ ਕਿਹਾ, Your brothers did not keep their promise, ਤੇਰੇ ਭਰਾਵਾਂ ਨੇ ਆਪਣਾ ਵਾਅਦਾ ਨਹੀਂ ਨਿਭਾਇਆ। They did not help the poor and the needy, ਉਹਨਾਂ ਨੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਨਹੀਂ ਕੀਤੀ। ਯਾਨੀ ਕਿ ਜਦੋਂ ਉਹਨਾਂ ਨੂੰ ਚੀਜ਼ਾਂ ਦਿੱਤੀਆਂ ਗਈਆਂ ਸਨ ਤਾਂ ਉਦੋਂ ਮਹਾਤਮਾ ਨੇ ਉਹਨਾਂ ਤੋਂ ਇੱਕ ਵਾਅਦਾ ਵੀ ਲਿੱਤਾ ਸੀ ਕਿ ਜਦੋਂ ਵੀ ਕੋਈ ਗਰੀਬ ਆਦਮੀ ਉਹਨਾਂ ਤੋਂ ਕੁਝ ਮੰਗੇਗਾ ਤਾਂ ਉਹ ਇਨਕਾਰ ਨਹੀਂ ਕਰਨਗੇ। ਹੁਣ ਇੱਥੇ ਉਹੀ ਬਜ਼ੁਰਗ ਸਾਧੂ ਦੱਸ ਰਿਹਾ ਹੈ ਕਿ ਉਹਨਾਂ ਦੇ ਭਰਾਵਾਂ ਨੇ ਆਪਣਾ ਵਾਅਦਾ ਨਹੀਂ ਨਿਭਾਇਆ। So whatever was given to them was snatched away, ਇਸ ਲਈ ਉਹਨਾਂ ਨੂੰ ਜੋ ਵੀ ਦਿੱਤਾ ਗਿਆ ਸੀ ਉਹ ਖੋਹ ਲਿਆ ਗਿਆ ਹੈ। ਜੋ ਵੀ ਉਹਨਾਂ ਨੂੰ ਜਿਵੇਂ ਗਾਵਾਂ ਪੋਲਟਰੀ ਫਾਰਮ ਘਰ ਦਿੱਤੇ ਗਏ ਸਨ ਉਹ ਉਹਨਾਂ ਤੋਂ ਖੋਹ ਲਏ ਗਏ ਹਨ। You are as good as your word, ਤੁਸੀਂ ਆਪਣੇ ਵਚਨ ਦੇ ਪੱਕੇ ਹੋ। ਯਾਨੀ ਕਿ ਜੋ ਵਚਨ ਸੰਦੀਪ ਨੇ ਦਿੱਤਾ ਸੀ ਉਹ ਉਸ ਤੇ ਖਰਾ ਉਤਰਿਆ। ਯਾਨੀ ਕਿ ਜਦੋਂ ਵੀ ਗਰੀਬ ਉਸ ਤੋਂ ਕੁਝ ਮੰਗਣ ਆਉਂਦਾ ਸੀ ਤਾਂ ਉਹ ਉਸ ਗਰੀਬ ਦੀ ਮਦਦ ਕਰਦਾ ਸੀ। So you will enjoy as long as you remember you promise, ਜਿੰਨਾ ਚਿਰ ਤੁਸੀਂ ਆਪਣਾ ਵਾਅਦਾ ਯਾਦ ਰੱਖੋਗੇ ਤੁਸੀਂ ਆਨੰਦ ਮਾਣੋਗੇ ਕਿ ਜਿੰਨਾ ਚਿਰ ਤੁਸੀਂ ਆਪਣਾ ਵਾਅਦਾ ਨਿਭਾਉਂਦੇ ਰਹੋਗੇ ਤੁਹਾਡੇ ਕੋਲ ਘਰ ਅਤੇ ਖੇਤ ਰਹੇਗਾ। ਜਦੋਂ ਤੁਸੀਂ ਆਪਣਾ ਵਾਅਦਾ ਨਾ ਮੰਨਿਆ ਤਾਂ ਤੁਹਾਡੇ ਤੋਂ ਵੀ ਉਹ ਘਰ ਅਤੇ ਖੇਤ ਖੋਹ ਲਿਆ ਜਾਵੇਗਾ। ਅੱਗੇ ਐਕਟੀਵਿਟੀ 2 ਕਰਨ ਤੋਂ ਪਹਿਲਾਂ ਸਾਨੂੰ ਕੁਝ ਜਾਣ ਲੈਣਾ ਜ਼ਰੂਰੀ ਹੈ। ਵੋਕੈਬਲਰੀ ਐਕਸਪੈਂਸ਼ਨ। ਲੁੱਕ ਐਟ ਦਾ ਫੋਲੋਇੰਗ ਸੈਂਟੈਂਸ, ਹੇਠ ਲਿਖੇ ਸੈਂਟੈਂਸਾਂ ਨੂੰ ਦੇਖੋ। ਆਈ ਇੰਜੋਇਡ ਦ ਫਿਲਮ, ਮੈਂ ਫਿਲਮ ਦਾ ਆਨੰਦ ਮਾਣਿਆ। ਦੀ ਫਿਲਮ ਗੇਵ ਅਸ ਏ ਲੋਟ ਆਫ ਇੰਜੋਇਮੈਂਟ, ਫਿਲਮ ਨੇ ਸਾਨੂੰ ਬਹੁਤ ਸਾਰਾ ਆਨੰਦ ਦਿੱਤਾ। ਇਨ ਦੀ ਸੈਂਟੈਂਸ ਏ ਦ ਵਰਡ ਇੰਜੋਇਡ ਇਜ਼ ਏ ਵਰਬ, ਜਿਹੜਾ ਆਪਣਾ ਇਹ ਵਰਡ ਆ ਇਹਦੇ ਵਿੱਚ ਜੋ ਇੰਜੋਇਡ ਵਰਡ ਹੈਗਾ ਇਹ ਇੱਕ ਵਰਬ ਆ, ਯਾਨੀ ਕਿ ਇਹ ਵਰਡ ਤੋਂ ਆਪਾਂ ਨੂੰ ਕਿਸੇ ਕੰਮ ਹੋਣ ਬਾਰੇ ਪਤਾ ਚੱਲ ਰਿਹਾ ਹੈ। ਐਂਡ ਇਨ ਵੀ ਸੈਂਟੈਂਸ ਦ ਵਰਡ ਇੰਜੋਇਮੈਂਟ ਇਜ਼ ਏ ਨਾਉਨ, ਜਿਹੜਾ ਆਪਣਾ ਇਹ ਇੰਜੋਇਮੈਂਟ ਹੈ ਇਹ ਇੱਕ ਹੈ ਨਾਮ। ਵੈਨ ਯੂ ਐਡ ਸੁਫਿਕਸ, ਸੁਫਿਕਸ ਹੁੰਦਾ ਪਿਛੇਤਰ, such as meant, ance, age, ion, nes, al, ure, etc. to a word, they become noun। ਇਹ ਕਹਿੰਦਾ ਵੀ ਜਦੋਂ ਤੁਸੀਂ ਕਿਸੇ ਵਰਡ ਦੇ ਪਿੱਛੇ ਇਹ ਸਾਰੇ ਸੁਫਿਕਸ ਪਿਛੇਤਰ ਲਗਾ ਦਿੰਦੇ ਹੋ ਤਾਂ ਉਹ ਇੱਕ ਨਾਮ ਬਣ ਜਾਂਦਾ ਹੈ। Something if you remove suffix from a word it is become noun। ਫੋਰ ਐਗਜ਼ਾਮਪਲ, ਕਈ ਵਾਰ ਜੇਕਰ ਤੁਸੀਂ ਕਿਸੇ ਸ਼ਬਦ ਪਿੱਛੇ ਕੋਈ ਪਿਛੇਤਰ ਹਟਾ ਵੀ ਦਿੰਦੇ ਹੋ ਤਾਂ ਵੀ ਉਹ ਨਾਮ ਬਣ ਜਾਂਦਾ ਹੈ। ਮਤਲਬ ਕਿ ਕੋਈ ਵਰਡ ਆ ਜੇ ਉਹਨਾਂ ਪਿੱਛੇ ਆਪਾਂ ਇਹ ਵਰਡ ਲਗਾ ਦਾਂਗੇ ਤਾਂ ਵੀ ਉਹ ਨਾਮ ਬਣ ਜਾਏਗਾ, ਤੇ ਕਈ ਵਰਡ ਅਜਿਹੇ ਹਨ ਜਿਨ੍ਹਾਂ ਪਿੱਛੇ ਕੁਝ ਪਿਛੇਤਰ ਆਪਾਂ ਹਟਾ ਦਈਏ ਤਾਂ ਵੀ ਉਹ ਨਾਮ ਬਣ ਜਾਣਗੇ। escaped, if you remove d, ਮਤਲਬ ਕਿ ਪਿਛੇਤਰ ਵਾਲੀ d ਪਿਛਲੀ ਇਹ ਵਾਲੀ, the word become escape which is both a noun and a verb। ਜੇਕਰ ਤੁਸੀਂ escaped ਦੇ ਪਿੱਛੋਂ d ਹਟਾ ਦੋਗੇ ਤਾਂ ਇਹ ਨਾਮ ਦੀ ਤਰ੍ਹਾਂ ਵੀ ਯੂਜ਼ ਹੋਊਗਾ ਅਤੇ verb ਦੀ ਤਰ੍ਹਾਂ ਵੀ। ਜਿਵੇਂ I had a narrow escape, ਇੱਥੇ ਜੋ escape ਹੈ ਇੱਕ ਨਾਉਨ ਦੀ ਤਰ੍ਹਾਂ ਯੂਜ਼ ਹੋ ਰਿਹਾ ਹੈ ਤੇ ਇੱਥੇ escape ਇੱਕ verb ਦੀ ਤਰ੍ਹਾਂ ਯੂਜ਼ ਹੋ ਰਿਹਾ ਹੈ। verb ਦਾ ਮਤਲਬ ਵਰਡ ਜਾਂ ਸ਼ਬਦਾਂ ਤੋਂ ਹੈ ਜਿਸ ਤੋਂ ਆਪਾਂ ਨੂੰ ਕਿਸੇ ਕੰਮ ਕਰਨ ਬਾਰੇ ਪਤਾ ਚੱਲਦਾ ਹੈ। Activity 2, let us do the following activity, make a noun of the given words। ਆਪਾਂ ਨੂੰ ਨੀਚੇ ਇਹ ਵਰਡ ਦਿੱਤੇ ਗਏ ਹਨ, ਇਹਨਾਂ ਵਰਡਾਂ ਨਾਲ ਆਪਾਂ ਨੇ ਪਿਛੇਤਰ ਲਗਾ ਕੇ ਜਾਂ ਕੋਈ ਪਿਛੇਤਰ ਹਟਾ ਕੇ ਆਪਾਂ ਨੇ ਇਹਨਾਂ ਨੂੰ ਨਾਉਨ ਵਿੱਚ ਕਨਵਰਟ ਕਰਨਾ ਹੈ। ਪਹਿਲਾਂ ਹੈਗੀ ਟਰਾਈ, ਇਹਦਾ ਬਣ ਜੂਗਾ ਟਰਾਇਲ, ਇਹ ਐਲ ਆਤਾ ਜੀ ਪਿੱਛੇ ਆਪਾਂ ਨੇ। ਡਿਸਟਰੈਕਟ, ਇਹਦੇ ਪਿੱਛੇ ਆਪਾਂ ਲਾ ਦਾਂਗੇ ION, ਬਣ ਜੂਗਾ ਡਿਸਟਰੈਕਸ਼ਨ। ਮੂਵ, ਪਿੱਛੇ ਆਪਾਂ ਮੈਂਟ ਲਾ ਦਾਂਗੇ, ਬਣ ਜੂਗਾ ਮੂਵਮੈਂਟ। ਐਜੂਕੇਟ, ਇਹਦੇ ਪਿੱਛੇ ਆਪਾਂ ION ਲਾ ਦਾਂਗੇ, ਬਣ ਜੂਗਾ ਐਜੂਕੇਸ਼ਨ। ਇਨਫੋਰਮ, ਇਹ ਬਣਾ ਦਾਂਗੇ ਆਪਾਂ ਇਨਫੋਰਮੇਸ਼ਨ। ਐਗਰੀ, ਇਹਦੇ ਪਿੱਛੇ ਆਪਾਂ ਮੈਂਟ ਲਾ ਦਾਂਗੇ ਜੀ ਤੇ ਬਣ ਜੂਗਾ ਐਗਰੀਮੈਂਟ। ਪੇ, ਇਹਦੇ ਪਿੱਛੇ ਮੈਂਟ ਲਗਾ ਦਾਂਗੇ ਤੇ ਬਣ ਜੂਗਾ ਪੇਮੈਂਟ। ਆਰਗੂ, ਇਹਦੇ ਪਿੱਛੇ ਵੀ ਆਪਾਂ ਮੈਂਟ ਲਗਾ ਦਾਂਗੇ, ਬਣ ਜੂਗਾ ਆਰਗੂਮੈਂਟ। ਪਾਸ, ਇਹਦੇ ਪਿੱਛੇ ਆਪਾਂ AG ਲਗਾ ਲਾਂਗੇ ਤੇ ਬਣ ਜੂਗਾ ਪੈਸੇਜ। ਬੈਗ, ਇਹਦੇ ਪਿੱਛੇ ਵੀ ਆਪਾਂ AG ਲਗਾ ਦਾਂਗੇ, ਬਣ ਜੂਗਾ ਬੈਗੇਜ। ਮੈਰੀ, ਮੈਰਿਜ। ਰਿਫਿਊਜ਼, ਰਿਫਿਊਜ਼ਲ, ਇਹਦੇ ਪਿੱਛੇ ਆਪਾਂ ਨੇ AL ਲਗਾ ਦਿੱਤਾ। ਪ੍ਰਪੋਜ਼, ਪ੍ਰਪੋਜ਼ਲ। ਅਰਾਈਵ, ਅਰਾਈਵਲ।
ਫੇਲ, ਫੇਲੀਅਰ, ਪ੍ਰੈਸ, ਪ੍ਰੈਸਰ, ਇਹਦੇ ਪਿੱਛੇ ਆਪਾਂ ਨੇ URE ਲਗਾ ਦਿੱਤਾ। ਕਨਫਿਊਜ਼, ਕਨਫਿਊਜ਼ਨ, ION ਲਗਾ ਦਿੱਤਾ। ਡਿਸਾਈਡ, ਡਿਸੀਜ਼ਨ, ION ਲਗਾ ਦਿੱਤਾ। ਰਿਵਾਈਜ਼, ਰਿਵੀਜ਼ਨ। ਟੀਚ, ਟੀਚਿੰਗ। ਐਕਟੀਵਿਟੀ 3, ਰੀਡ ਦਾ ਸਟੋਰੀ ਐਂਡ ਦਾ ਆਨਸਰ ਆਫ ਫੋਲੋਇੰਗ ਕੁਐਸਚਨ। ਕਹਾਣੀ ਨੂੰ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਹਾਊ ਮੈਨੀ ਸਨਸ ਡਿਡ ਦਾ ਓਲਡ ਫਾਰਮਰ ਹੈਵ? ਬੁੱਢੇ ਕਿਸਾਨ ਦੇ ਕਿੰਨੇ ਪੁੱਤਰ ਸਨ? ਦਾ ਓਲਡ ਫਾਰਮਰ ਹੈਡ 3 ਸਨ, ਹੈਰੀ, ਰਮਨ ਐਂਡ ਸੰਦੀਪ। ਬੁੱਢੇ ਕਿਸਾਨ ਦੇ 3 ਪੁੱਤਰ ਸਨ, ਹੈਰੀ, ਰਮਨ ਅਤੇ ਸੰਦੀਪ। ਵਾਈ ਡਿਡ ਦਾ ਫਾਰਮਰ ਸਮਨ ਹਿਜ਼ ਸਨਸ? ਕਿਸਾਨ ਨੇ ਆਪਣੇ ਪੁੱਤਰਾਂ ਨੂੰ ਕਿਉਂ ਬੁਲਾਇਆ? The farmer summoned his son to divide his property among them. ਕਿਸਾਨ ਨੇ ਆਪਣੀ ਜਾਇਦਾਦ ਨੂੰ ਉਹਨਾਂ ਵਿਚਕਾਰ ਵੰਡਣ ਲਈ ਆਪਣੇ ਪੁੱਤਰਾਂ ਨੂੰ ਬੁਲਾਇਆ। What did the farmer decided to do? ਕਿਸਾਨ ਨੇ ਕੀ ਕਰਨ ਦਾ ਫੈਸਲਾ ਕੀਤਾ? The farmer decided that his son would have to prove that. ਕਿਸਾਨ ਨੇ ਫੈਸਲਾ ਕੀਤਾ ਕਿ ਉਸਦੇ ਪੁੱਤਰ ਸਾਬਤ ਕਰਨ ਕਿ they were worthy of acquiring his hard earned property. ਕਿ ਉਹ ਉਸਦੀ ਮਿਹਨਤ ਨਾਲ ਕਮਾਈ ਹੋਈ ਜਾਇਦਾਦ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਹਨ। ਜੇਕਰ ਤੁਹਾਨੂੰ ਇਸ ਲੈਸਨ ਦੀ PDF ਫਾਈਲ ਚਾਹੀਦੀ ਹੈ ਤਾਂ ਤੁਹਾਨੂੰ ਇਸ ਦੀ PDF ਫਾਈਲ ਸਾਡੇ ਟੈਲੀਗ੍ਰਾਮ ਚੈਨਲ ਉੱਪਰ ਮਿਲ ਜਾਵੇਗੀ। ਜੇਕਰ ਉੱਥੇ ਤੁਹਾਨੂੰ ਇਸ ਦੀ PDF ਫਾਈਲ ਨਹੀਂ ਮਿਲਦੀ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਇਸ ਨੂੰ ਫ੍ਰੀ ਵਿੱਚ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਇਸ ਲੈਸਨ ਨੂੰ ਪੰਜਾਬੀ ਵਿੱਚ ਵੀ ਪੜ੍ਹਨਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਸਾਡੀ ਵੈਬਸਾਈਟ ਤੇ ਮਿਲ ਜਾਵੇਗਾ। ਇਹ ਸਾਡੀ ਵੈਬਸਾਈਟ ਦਾ URL ਹੈ। ਹਾਊ ਡਿਡ ਹੈਰੀ ਹੈਲਪ ਦਾ ਸੇਜ? ਹੈਰੀ ਨੇ ਸਾਧੂ ਦੀ ਮਦਦ ਕਿਵੇਂ ਕੀਤੀ? He offered a chapati to the hungry sage. ਉਸਨੇ ਭੁੱਖੇ ਸਾਧੂ ਨੂੰ ਇੱਕ ਰੋਟੀ ਭੇਟ ਕੀਤੀ, ਯਾਨੀ ਕਿ ਉਸਨੇ ਭੁੱਖੇ ਸਾਧੂ ਨੂੰ ਰੋਟੀ ਦਿੱਤੀ ਖਾਣ ਲਈ। What did Harry ask for? ਹੈਰੀ ਨੇ ਕੀ ਮੰਗਿਆ? He asked for a big house and 10 cows. ਉਸਨੇ ਇੱਕ ਵੱਡਾ ਘਰ ਅਤੇ 10 ਗਾਵਾਂ ਮੰਗੀਆਂ। Why could the sage not cross the river? ਸਾਧੂ ਨਦੀ ਪਾਰ ਕਿਉਂ ਨਹੀਂ ਕਰ ਸਕਿਆ? The sage could not cross the river as there was no boat. ਬੋਟ ਹੁੰਦੀ ਕਿਸ਼ਤੀ ਨਾ ਹੋਣ ਕਾਰਨ ਸਾਧੂ ਨਦੀ ਪਾਰ ਨਾ ਕਰ ਸਕਿਆ। How did ਸੰਦੀਪ help the sage? ਸੰਦੀਪ ਨੇ ਸਾਧੂ ਦੀ ਮਦਦ ਕਿਵੇਂ ਕੀਤੀ? ਸੰਦੀਪ brought water for the thirsty sage. ਸੰਦੀਪ ਪਿਆਸੇ ਸਾਧੂ ਲਈ ਪਾਣੀ ਲੈ ਕੇ ਆਇਆ। Did all brothers keep their promise? ਕੀ ਸਾਰੇ ਭਰਾਵਾਂ ਨੇ ਆਪਣਾ ਵਾਅਦਾ ਨਿਭਾਇਆ? Harry and Raman broke the promise. ਹੈਰੀ ਅਤੇ ਰਮਨ ਨੇ ਵਾਅਦਾ ਤੋੜਿਆ। ਸੰਦੀਪ kept his promise. ਸੰਦੀਪ ਨੇ ਵਾਅਦਾ ਨਿਭਾਇਆ, ਯਾਨੀ ਕਿ ਹੈਰੀ ਅਤੇ ਰਮਨ ਨੇ ਆਪਣਾ ਵਾਅਦਾ ਤੋੜ ਦਿੱਤਾ ਅਤੇ ਸੰਦੀਪ ਨੇ ਵਾਅਦਾ ਨਿਭਾਇਆ। Why did the sage snatched away the gift from Harry and Raman? ਸਾਧੂ ਨੇ ਹੈਰੀ ਅਤੇ ਰਮਨ ਤੋਂ ਤੋਹਫੇ ਕਿਉਂ ਖੋਹ ਲਏ? The sage snatched away the gift from Harry and Raman. ਸਾਧੂ ਨੇ ਹੈਰੀ ਅਤੇ ਰਮਨ ਤੋਂ ਤੋਹਫੇ ਖੋਹ ਲਏ because ਕਿਉਂਕਿ they did not help the poor and the needy. ਕਿਉਂਕਿ ਉਹਨਾਂ ਨੇ ਗਰੀਬ ਅਤੇ ਲੋੜਵੰਦਾਂ ਦੀ ਮਦਦ ਨਹੀਂ ਕੀਤੀ। What do you learn from this story? ਤੁਸੀਂ ਇਸ ਕਹਾਣੀ ਤੋਂ ਕੀ ਸਿੱਖਦੇ ਹੋ? The story teaches us to help the poor and the needy. ਕਹਾਣੀ ਸਾਨੂੰ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਸਿਖਾਉਂਦੀ ਹੈ। We should always keep our promise. ਸਾਨੂੰ ਹਮੇਸ਼ਾ ਆਪਣਾ ਵਾਅਦਾ ਯਾਦ ਰੱਖਣਾ ਚਾਹੀਦਾ ਹੈ। Activity 4, complete the following exercise on the basis of the lesson. ਹੇਠ ਲਿਖੀ ਐਕਸਰਸਾਈਜ਼ ਨੂੰ ਲੈਸਨ ਦੇ ਆਧਾਰ ਤੇ ਪੂਰਾ ਕਰੋ। The farmer had field and 3. ਉਹਦੇ ਕੋਲੇ ਕੀ ਸੀਗੇ? 3 field, 3 ਖੇਤ ਸਨ ਅਤੇ 3 houses ਤੇ 3 ਘਰ ਸਨ। ਕਿਸਾਨ ਕੋਲ 3 ਖੇਤ ਅਤੇ 3 ਘਰ ਸਨ। The sage made the brothers promise that they would help and the ਭਰਾਵਾਂ ਨੇ ਸਾਧੂ ਨਾਲ ਵਾਅਦਾ ਕੀਤਾ ਕਿ ਉਹ ਮਦਦ ਕਰਨਗੇ ਕਿਸ ਦੀ? ਪੂਅਰ ਗਰੀਬਾਂ ਦੀ ਅਤੇ ਨੀਡੀ ਲੋੜਵੰਦਾਂ ਦੀ। ਭਰਾਵਾਂ ਨੇ ਰਿਸ਼ੀ ਨੂੰ ਵਾਅਦਾ ਕੀਤਾ ਕਿ ਉਹ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨਗੇ। The sage gave a piece of dash to Raman. Choose the correct stick. ਜਿਸਨੇ ਕੀ ਦਿੱਤਾ? ਇੱਥੇ ਆਪਾਂ ਨੇ ਦੇਖਣਾ ਵੀ ਜੋ ਬਜ਼ੁਰਗ ਸਾਧੂ ਸੀ ਉਸਨੇ ਰਮਨ ਨੂੰ ਕੀ ਦਿੱਤਾ? Piece of cloth ਯਾਨੀ ਕਿ ਕੱਪੜੇ ਦਾ ਟੁਕੜਾ, piece of rope ਯਾਨੀ ਕਿ ਰੱਸੀ ਦਾ ਟੁਕੜਾ, piece of stick ਯਾਨੀ ਕਿ ਇੱਕ ਸੋਟੀ ਦਾ ਟੁਕੜਾ, piece of cake ਇੱਕ ਕੇਕ ਦਾ ਟੁਕੜਾ। ਉਸਨੇ ਰਮਨ ਨੂੰ ਕੀ ਦਿੱਤਾ ਸੀ ਜੀ? ਇੱਕ piece of stick ਯਾਨੀ ਕਿ ਇੱਕ ਸੋਟੀ, ਸਟਿਕ ਹੁੰਦੀ ਸੋਟੀ ਜਾਂ ਛੜੀ। ਸੰਦੀਪ broke his promise. ਸੰਦੀਪ ਨੇ ਆਪਣਾ ਵਾਅਦਾ ਤੋੜਿਆ। ਸੱਚਾ ਕਿ ਝੂਠਾ ਇਹ? true or false? true ਵੀ ਸੱਚਾ, false ਝੂਠਾ। ਇਹ ਹੈਗਾ false। ਉਸਦੇ ਭਰਾਵਾਂ ਨੇ ਤੋੜਿਆ ਸੀ, ਸੰਦੀਪ ਨੇ ਵਾਅਦਾ ਨਹੀਂ ਤੋੜਿਆ ਸੀ। The sage punished did not punished Harry and Raman. Choose the correct
ਆਪਸ਼ਨ ਯਾਨੀ ਕਿ ਪੁਨਿਸ਼ਡ ਹੁੰਦਾ ਹੀ ਦੰਡ ਦਿੱਤਾ, ਡਿਡ ਨਾਟ ਪੁਨਿਸ਼ ਯਾਨੀ ਕਿ ਦੰਡ ਨਹੀਂ ਦਿੱਤਾ, ਯਾਨੀ ਕਿ ਉਹਨਾਂ ਨੂੰ ਕਿਉਂਕਿ ਹੈਰੀ ਅਤੇ ਰਮਨ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਸੀ, ਇਸ ਲਈ ਸਾਧੂ ਨੇ ਉਸ ਨੂੰ ਦੰਡ ਦਿੱਤਾ ਯਾਨੀ ਕਿ ਪੁਨਿਸ਼ਡ। ਐਕਟੀਵਿਟੀ 5 ਇਮੇਜਿਨ ਦੈਟ ਯੂ ਆਰ ਹੈਰੀ। ਕਲਪਨਾ ਕਰੋ ਕਿ ਤੁਸੀਂ ਹੈਰੀ ਹੋ। ਹੈਰੀ ਕੌਣ? ਜਿਸ ਨੂੰ ਇੱਕ ਵੱਡਾ ਘਰ ਅਤੇ ਗਾਵਾਂ ਮਿਲੀਆਂ ਸਨ। ਯੂਜ਼ 5 ਸੈਂਟੈਂਸ ਟੂ ਨਰੇਟ ਯੂਅਰ ਫੀਲਿੰਗ ਆਫਟਰ ਯੂਅਰ ਗਿਫਟ ਵਰ ਸਨੈਚਡ ਅਵੇ ਫਰੋਮ ਯੂ। ਤੁਹਾਡੇ ਤੋਹਫੇ ਤੁਹਾਡੇ ਤੋਂ ਖੋਹ ਲਏ ਜਾਣ ਤੋਂ ਬਾਅਦ ਆਪਣੀ ਭਾਵਨਾਵਾਂ ਨੂੰ ਬਿਆਨ ਕਰਨ ਲਈ 5 ਵਾਕਾਂ ਦੀ ਵਰਤੋਂ ਕਰੋ। ਯਾਨੀ ਕਿ ਆਪਣੇ 5 ਵਾਕਾਂ ਵਿੱਚ ਇਹ ਦੱਸਣਾ ਕਿ ਜਦੋਂ ਆਪਾਂ ਤੋਂ ਤੋਹਫੇ ਖੋਹ ਲਏ ਗਏ ਤਾਂ ਉਸ ਤੋਂ ਬਾਅਦ ਆਪਾਂ ਕਿਵੇਂ ਮਹਿਸੂਸ ਕਰ ਰਹੇ ਸੀ। ਆਪਾਂ ਹੁਣ ਹੈਰੀ ਹਾਂ ਜੀ, ਆਪਾਂ ਤੋਂ ਤੋਹਫੇ ਖੋਹ ਲਏ ਗਏ ਹਨ ਤੇ ਆਪਾਂ ਕਿਵੇਂ ਮਹਿਸੂਸ ਕਰ ਰਹੇ ਹਾਂਗੇ। ਆਈ ਐਮ ਅਸ਼ੇਮਡ ਆਫ ਮਾਈ ਮਿਸਡੀਡਸ। ਮਿਸਡੀਡਸ ਹੁੰਦਾ ਹੀ ਗਲਤ ਕੰਮ। ਮੈਂ ਆਪਣੇ ਗਲਤ ਕੰਮਾਂ ਲਈ ਸ਼ਰਮਿੰਦਾ ਹਾਂ। ਆਈ ਸ਼ੁੱਡ ਹੈਵ ਹੈਲਪਡ ਦੀ ਪੂਅਰ ਐਂਡ ਦੀ ਨੀਡੀ। ਮੈਨੂੰ ਗਰੀਬ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਸੀ। ਯਾਨੀ ਕਿ ਮੈਨੂੰ ਹੁਣ ਮਹਿਸੂਸ ਹੋ ਰਿਹਾ ਕਿ ਮੈਨੂੰ ਮਦਦ ਕਰਨੀ ਚਾਹੀਦੀ ਸੀ। ਆਈ ਸ਼ੁੱਡ ਹੈਵ ਕੈਪਟ ਮਾਈ ਪ੍ਰੋਮਿਸ। ਮੈਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਸੀ। ਆਈ ਐਮ ਸੌਰੀ ਫॉर ਮਾਈ ਬਿਹੇਵੀਅਰ। ਮੈਂ ਆਪਣੇ ਵਿਵਹਾਰ ਲਈ ਮਾਫੀ ਮੰਗਦਾ ਹਾਂ ਅਤੇ ਮੈਨੂੰ ਇਸ ਦਾ ਅਫਸੋਸ ਹੈ। ਆਈ ਹੈਵ ਲਰਨਡ ਏ ਲੈਸਨ ਟੂ ਕੀਪ ਮਾਈ ਪ੍ਰੋਮਿਸ। ਮੈਂ ਆਪਣਾ ਵਾਅਦਾ ਨਿਭਾਉਣ ਦਾ ਸਬਕ ਸਿੱਖ ਲਿਆ ਹੈ। ਯਾਨੀ ਕਿ ਮੈਨੂੰ ਹੁਣ ਸਮਝ ਆ ਚੁੱਕੀ ਹੈ ਕਿ ਮੈਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ। ਹੈਰੀ ਬਣ ਤੋਂ ਬਾਅਦ ਮੈਨੂੰ ਇਹ 5 ਚੀਜ਼ਾਂ ਤੇ ਸ਼ਰਮਿੰਦਗੀ ਮਹਿਸੂਸ ਹੋਈ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀਆਂ ਹਨ ਤਾਂ ਆਪਣੇ ਕਲਾਸ ਦੇ ਦੋਸਤਾਂ ਨਾਲ WhatsApp ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ। ਇਸ ਦੇ ਪਾਰਟ 2 ਵਿੱਚ ਆਪਾਂ ਐਕਟੀਵਿਟੀ 6 ਤੋਂ ਲੈ ਕੇ ਐਕਟੀਵਿਟੀ 10 ਤੱਕ ਕਰਾਂਗੇ। ਧੰਨਵਾਦ ਜੀ।